ਵੈਲਕਮ ਟੂ ਜੀਕੇ ਸਟੱਡੀ ਪੁਆਇੰਟ। ਮੈਂ ਤੁਹਾਡਾ ਆਪਣਾ ਰਵੀ ਸਰ ਜੀਕੇ ਸਟੱਡੀ ਪੁਆਇੰਟ ਅਬੋਹਰ ਤੋਂ ਜੀ। ਅੱਜ ਅਸੀਂ ਗੱਲ ਕਰਾਂਗੇ, ਸਭ ਤੋਂ ਪਹਿਲਾ ਲੈਕਚਰ ਹੈ ਮੇਰਾ ਕੌਂਸਟੀਟਿਊਸ਼ਨ ਦੇ ਵਿੱਚ। ਕੌਂਸਟੀਟਿਊਸ਼ਨ ਤੁਹਾਡਾ ਪਤਾ ਹੈ ਜੀ, 15 ਨੰਬਰਾਂ ਦਾ ਪੇਪਰ ਜਿਹੜਾ ਹੈ ਤੁਹਾਡਾ ਆਉਣਾ ਹੈ ਕੌਂਸਟੀਟਿਊਸ਼ਨ ਦੇ ਵਿੱਚ, ਜੇਲ੍ਹ ਵਾਰਡਨ ਦਾ। ਠੀਕ ਹੈ ਜੀ, ਤਾਂ ਮੈਂ ਉਹਦੇ ਵਾਸਤੇ ਇਹ ਸੀਰੀਜ਼ ਸਟਾਰਟ ਕਰਦਾ ਪਿਆ ਜਿਹਦੇ ਵਿੱਚ ਮੈਂ ਕੌਂਸਟੀਟਿਊਸ਼ਨ ਦੇ ਬਾਰੇ ਪੜ੍ਹਾਊਂਗਾ। ਤੁਹਾਨੂੰ 15 ਨੰਬਰ ਤੁਹਾਡੇ ਇਹਦੇ ਵਿੱਚੋਂ ਕਵਰ ਹੋਣੇ ਹੈ। 10 ਦਿਨ ਇਹ ਸੀਰੀਜ਼ ਚੱਲਣੀ ਹੈ। ਉਹਦੇ ਵਿੱਚ ਇਹ ਸਾਰਾ ਤੁਹਾਡਾ ਜਿਹੜਾ ਸਿਲੇਬਸ ਹੈ ਇੱਕ ਲਗਭਗ ਜਿਹੜਾ ਕਵਰ ਹੋ ਜਾਊਗਾ। ਠੀਕ ਹੈ ਜੀ, ਤੇ ਆਓ ਆਪਾਂ ਇਸ ਵੀਡੀਓ ਨੂੰ ਸਟਾਰਟ ਕਰੀਏ। ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਸਟੂਡੈਂਟ ਇਸ ਚੈਨਲ ਦੇ ਉੱਪਰ ਅੱਜ ਪਹਿਲੀ ਵਾਰੀ ਇਸੇ ਵੀਡੀਓ ਨੂੰ ਵੇਖ ਰਹੇ ਆ ਤਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਜੇ ਆਪਣੇ ਫਰੈਂਡਸ ਦੇ ਵਿੱਚ, ਤਾਂ ਕਿ ਹੋਰਾਂ ਦਾ ਵੀ ਭਲਾ ਹੋ ਸਕੇ। 10 ਦਿਨਾਂ ਦੇ ਵਿੱਚ ਆਪਾਂ ਜਿਹੜੀ ਹੈ ਪੋਲਿਟੀ ਵਾਲਾ ਜਿਹੜਾ ਸੈਕਸ਼ਨ ਹੈ ਇਸ ਨੂੰ ਕੰਪਲੀਟ ਤਰੀਕੇ ਨਾਲ ਆਪਾਂ ਕਵਰ ਕਰ ਲਵਾਂਗੇ। ਠੀਕ ਹੈ ਜੀ, ਤਾਂ ਆਓ ਜੀ ਹੁਣ ਆਪਾਂ ਆਪਣੀ ਵੀਡੀਓ ਨੂੰ ਸਟਾਰਟ ਕਰੀਏ। ਜਿਹੜੇ ਵੀ ਸਟੂਡੈਂਟ ਸਾਡੇ ਨਾਲ ਜੁੜਨਾ ਚਾਹੁੰਦੇ ਆ WhatsApp ਗਰੁੱਪ ਦੇ ਵਿੱਚ ਜਾਂ ਟੈਲੀਗ੍ਰਾਮ ਦਾ, ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੇਰਾ ਨਾ ਲਿੰਕ ਪਿਆ ਹੈ, ਉਸ ਦਾ ਤੁਸੀਂ ਜਾ ਕੇ ਉਸ 'ਤੇ ਜੁੜ ਸਕਦੇ ਹੋ, ਤਾਂ ਕਿ ਤੁਹਾਨੂੰ ਜਿਹੜਾ ਹੈ ਅਪਡੇਟਸ ਨਵੀਆਂ ਮਿਲਦੀਆਂ ਰਹਿਣਗੀਆਂ। ਜਦੋਂ ਵੀ ਵੀਡੀਓ ਅਪਲੋਡ ਹੋਵੇਗੀ ਉਹਦਾ ਲਿੰਕ ਤੁਹਾਡੇ ਕੋਲ ਉੱਥੇ ਪਹੁੰਚ ਜਾਵੇਗਾ, ਤੁਸੀਂ ਵੀਡੀਓ ਨੂੰ ਵੇਖ ਸਕਦੇ ਹੋ। ਠੀਕ ਹੈ ਜੀ, ਹੁਣ ਆਪਾਂ ਆਪਣੀ ਵੀਡੀਓ ਨੂੰ ਸਟਾਰਟ ਕਰੀਏ। ਸਭ ਤੋਂ ਪਹਿਲਾ ਕੰਮ ਹੈ ਜੀ ਆਪਣਾ, ਆਪਾਂ ਪੜ੍ਹਨਾ ਇੰਡੀਅਨ ਕੌਂਸਟੀਟਿਊਸ਼ਨ। ਉਹਨਾਂ ਨੇ ਪੇਪਰ ਦੇ ਵਿੱਚ ਲਿਖਿਆ ਇੰਡੀਅਨ ਕੌਂਸਟੀਟਿਊਸ਼ਨ ਤੋਂ ਰਿਲੇਟਿਡ ਤੁਹਾਡੇ ਕੁਐਸਚਨ ਆਉਣਗੇ। ਤਾਂ ਇੰਡੀਅਨ ਕੌਂਸਟੀਟਿਊਸ਼ਨ ਦੀ ਗੱਲ ਕਰਦੇ ਹਾਂ। ਭਾਰਤ ਦਾ ਸੰਵਿਧਾਨ। ਭਾਰਤ ਦਾ ਸੰਵਿਧਾਨ ਕੀ ਚੀਜ਼ ਹੈ ਜੀ? ਪਹਿਲਾਂ ਇਹ ਸਮਝੋ ਕਿ ਕੌਂਸਟੀਟਿਊਸ਼ਨ ਕੀ ਚੀਜ਼ ਹੁੰਦਾ ਹੈ। ਕੌਂਸਟੀਟਿਊਸ਼ਨ ਕੀ ਹੈ ਜੀ? ਇਹਦਾ ਇੱਕ ਲਿਖ ਲਓ, ਇਹ ਹੈਗੀ ਹੈ ਜੀ ਇੱਕ ਬੁੱਕ ਹੈ। ਇਹ ਇੱਕ ਤਰ੍ਹਾਂ ਦੀ ਬੁੱਕ ਹੁੰਦੀ ਹੈ ਜਿਹਦੇ ਵਿੱਚ ਕੀ ਲਿਖਿਆ ਹੁੰਦਾ ਹੈ? ਰੂਲ, ਅਤੇ ਉਹਦੇ ਵਿੱਚ ਲਿਖੇ ਹੁੰਦੇ ਨੇ ਲਾਅ। ਠੀਕ ਹੈ ਜੀ, ਉਸ ਲਾਅ, ਕੋਈ ਲਾਅ ਹੈ ਉਸ ਨੂੰ ਕਿਸ ਤਰੀਕੇ ਨਾਲ ਇੰਪਲੀਮੈਂਟ ਕਰਨਾ ਹੈ, ਲਾਅ ਕਿਵੇਂ ਬਣਾਉਣਾ ਹੈ, ਅਤੇ ਇਸ ਦੇ ਬਾਰੇ ਸਭ ਕੁਝ ਲਿਖਿਆ ਹੁੰਦਾ ਕਿ ਇਹਦੇ ਵਿੱਚ ਕੌਂਸਟੀਟਿਊਸ਼ਨ ਦੇ ਵਿੱਚ। ਠੀਕ ਹੈ ਜੀ, ਹਰ ਦੇਸ਼ ਕੋਲ ਆਪਣਾ ਇੱਕ ਸੰਵਿਧਾਨ ਦੀ ਇੱਕ ਬੁੱਕ ਹੁੰਦੀ ਹੈ ਜਿਸ ਦੇ ਅਕੋਰਡਿੰਗ ਉਹ ਸਾਰੇ ਚੱਲਦੇ ਨੇ। ਠੀਕ ਹੈ ਜੀ, ਇਸ ਦੇ ਅਕੋਰਡਿੰਗ ਕੌਣ ਚੱਲਦਾ ਹੈ? ਹੁਣ ਆਪਾਂ ਨੈਕਸਟ ਗੱਲ ਹੈ ਕਿ ਇਸ ਦੇ ਕੌਂਸਟੀਟਿਊਸ਼ਨ ਦੇ ਅਕੋਰਡਿੰਗ ਚੱਲਦਾ ਕੌਣ ਹੈ। ਠੀਕ ਹੈ ਜੀ, ਤਾਂ ਇਸ ਦੇ ਅਕੋਰਡਿੰਗ ਚੱਲਦਾ ਹੁੰਦਾ ਸਾਡੀ ਜਿਹੜੀ ਹੁੰਦੀ ਹੈ ਗਵਰਨਮੈਂਟ। ਤੁਸੀਂ ਵੇਖਦੇ ਹੋ ਸਾਡੀ ਜਿਹੜੀ ਸਰਕਾਰ ਹੈ ਇਹ ਚੱਲਦੀ ਹੁੰਦੀ ਹੈ ਇਸ ਦੇ ਅਕੋਰਡਿੰਗ। ਸਰਕਾਰ ਕੌਂਸਟੀਟਿਊਸ਼ਨ ਦੀ ਜਿਹੜੀ ਹੈ ਕੌਂਸਟੀਟਿਊਸ਼ਨ ਦੇ ਅਕੋਰਡਿੰਗ ਚੱਲਦੀ ਹੈ। ਉਹ ਕੌਂਸਟੀਟਿਊਸ਼ਨ ਦੇ ਅਕੋਰਡਿੰਗ ਹੀ ਪ੍ਰਧਾਨ ਮੰਤਰੀ ਚੁਣਦੀ ਹੈ, ਕੌਂਸਟੀਟਿਊਸ਼ਨ ਦੇ ਅਕੋਰਡਿੰਗ ਹੀ ਪ੍ਰੈਜ਼ੀਡੈਂਟ ਚੁਣਿਆ ਜਾਊਗਾ, ਕੌਂਸਟੀਟਿਊਸ਼ਨ ਦੇ ਅਕੋਰਡਿੰਗ ਹੀ ਸਾਰੇ ਅਫਸਰ ਜਿਹੜੇ ਨੇ ਉਹ ਚੁਣੇ ਜਾਣਗੇ, ਸਾਰੇ ਕੌਂਸਟੀਟਿਊਸ਼ਨ ਦੇ ਵਿੱਚ ਹੀ ਜੱਜ ਚੁਣੇ ਜਾਣਗੇ। ਸਾਰੇ ਗੌਰਮੈਂਟ ਦੇ ਵਿੱਚ ਜਿੰਨੇ ਵੀ ਇੰਪਲੋਈ ਨੇ ਇਹ ਸਾਰੇ ਕੌਂਸਟੀਟਿਊਸ਼ਨ ਦੇ ਅਕੋਰਡਿੰਗ ਚੱਲਦੇ ਨੇ। ਅਤੇ ਕੌਂਸਟੀਟਿਊਸ਼ਨ ਦੇ ਵਿੱਚ ਚੇਂਜ ਕਿਵੇਂ ਕਰਨਾ ਹੈ, ਕਿਵੇਂ ਕੋਈ ਲਾਅ ਬਣਾਉਣਾ ਹੈ, ਉਹ ਕਿਵੇਂ ਕਰ ਸਕਦੇ ਹਾਂ, ਉਹ ਸਾਰਾ ਆਪਾਂ ਵੇਖਾਂਗੇ। ਅਤੇ ਮੇਰੇ ਹਿਸਾਬ ਨਾਲ ਤੁਹਾਨੂੰ ਇਹ ਸਮਝ ਆ ਗਿਆ ਕਿ ਕੌਂਸਟੀਟਿਊਸ਼ਨ ਦੀ ਇੱਕ ਬੁੱਕ ਹੁੰਦੀ ਹੈ, ਉਸ ਬੁੱਕ ਦੇ ਵਿੱਚ ਸਾਰੇ ਲਾਅ ਲਿਖੇ ਨੇ, ਉਸ ਲਾਅ ਦੇ ਅਕੋਰਡਿੰਗ ਕੌਣ ਚੱਲਦੀ ਹੈ? ਸਰਕਾਰ। ਫਿਰ ਸਰਕਾਰ ਕੀ ਕਰਦੀ ਹੈ? ਆਪਣੇ ਲੋਕਾਂ ਵਾਸਤੇ ਕਾਨੂੰਨ ਬਣਾਉਂਦੀ ਹੈ, ਇਹ ਲੋਕਾਂ ਦੇ ਉੱਪਰ ਇੰਪਲੀਮੈਂਟ ਕਰਦੀ ਹੈ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਤਾਂ ਇਹ ਸੀਗਾ ਬੇਸਿਕ ਜਿਹੀ ਡੈਫੀਨੇਸ਼ਨ ਹੈ ਉਹ ਮੈਂ ਤੁਹਾਨੂੰ ਦੱਸਦੀ ਹੈ। ਅਤੇ ਹੁਣ ਆਪਾਂ ਵੇਖਦੇ ਹਾਂ ਵੀ ਜਿਹੜਾ ਕੌਂਸਟੀਟਿਊਸ਼ਨ ਹੁੰਦਾ ਉਹ ਕਿੰਨੇ ਤਰ੍ਹਾਂ ਦਾ ਹੁੰਦਾ ਹੈ। ਕੌਂਸਟੀਟਿਊਸ਼ਨ ਦੇ ਬਾਰੇ ਗੱਲ ਕਰਦੇ ਹਾਂ ਕਿ ਕੌਂਸਟੀਟਿਊਸ਼ਨ ਕਿੰਨੇ ਤਰ੍ਹਾਂ ਦਾ ਹੁੰਦਾ। ਉਹਦੇ ਵਾਸਤੇ ਮੈਂ ਤੁਹਾਨੂੰ ਦੱਸੂੰਗਾ ਨੈਕਸਟ ਪੇਜ ਦੇ ਵਿੱਚ। ਦੇਖੋ ਜੀ, ਜਿਹੜਾ ਕੌਂਸਟੀਟਿਊਸ਼ਨ ਪੂਰੀ ਦੁਨੀਆ ਦੇ ਵਿੱਚ ਨਾ ਕੌਂਸਟੀਟਿਊਸ਼ਨ ਕਾਫੀ ਤਰ੍ਹਾਂ ਦੇ ਨੇ। ਹੁਣ ਜਿਹੜੇ ਸੰਵਿਧਾਨ ਦੇ ਵਿੱਚ ਨਾ ਕੌਂਸਟੀਟਿਊਸ਼ਨ ਜਿਹੜਾ ਹੈ ਉਹ ਬੜੇ ਤਰ੍ਹਾਂ ਦੇ ਨੇ। ਸਭ ਤੋਂ ਪਹਿਲਾਂ ਕੌਂਸਟੀਟਿਊਸ਼ਨ ਦੇ ਵਿੱਚ ਹੁੰਦਾ ਜੀ, ਇੱਕ ਹੁੰਦਾ ਜੀ ਜਿਵੇਂ ਆਪਾਂ ਪੜ੍ਹਿਆ ਹੋਏਗਾ ਆਪਣੇ ਇੰਡੀਆ ਦੇ ਵਿੱਚ ਕੀ ਹੈ ਜੀ? ਡੈਮੋਕ੍ਰੇਸੀ। ਡੈਮੋਕ੍ਰੇਸੀ ਦਾ ਮਤਲਬ ਕੀ ਹੁੰਦਾ ਹੈ? ਇੱਥੇ ਲੋਕਾਂ ਦੁਆਰਾ ਲੋਗੋ ਕੇ ਲਈ ਸਰਕਾਰ। ਠੀਕ ਹੈ ਜੀ, ਲੋਕਾਂ ਲਈ ਹੀ ਸਰਕਾਰ ਹੁੰਦੀ ਹੈ, ਲੋਕਾਂ ਦੁਆਰਾ ਚੁਣੀ ਜਾਂਦੀ ਹੈ ਅਤੇ ਲੋਕਾਂ ਲਈ ਹੀ ਸਰਕਾਰ ਹੁੰਦੀ ਹੈ। ਠੀਕ ਹੈ ਜੀ, ਜਿਹੜੇ ਲੋਕ ਹੁੰਦੇ ਨੇ ਉਹੀ ਸਰਕਾਰ ਨੂੰ ਚਾਹੁੰਦੇ ਨੇ, ਉਹੀ ਚਲਾਉਂਦੇ ਨੇ ਉਹਦੇ ਅਕੋਰਡਿੰਗ। ਤਾਂ ਉਹਨੂੰ ਆਪਾਂ ਕਹਿੰਦੇ ਹਾਂ ਜਦੋਂ ਸਰਕਾਰ ਦੇ ਵਿੱਚ ਸਾਰੇ ਨੁਮਾਇੰਦੇ ਲੋਕਾਂ ਦੁਆਰਾ ਚੁਣੇ ਜਾਣ, ਉਹਨਾਂ ਦੇ ਅਕੋਰਡਿੰਗ ਹੀ ਸਰਕਾਰ ਬਣਾਈ ਜਾਵੇ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਡੈਮੋਕ੍ਰੇਸੀ। ਠੀਕ ਹੈ ਜੀ, ਲੋਕਤਾਂਤਰਿਕ ਸਰਕਾਰ। ਡੈਮੋਕ੍ਰੇਸੀ ਦਾ ਮਤਲਬ ਹੁੰਦਾ ਲੋਕਤੰਤਰ, ਜਿਹਦੇ ਵਿੱਚ ਸਾਰਾ ਕੰਮ ਹੀ, ਜਿਹੜੀ ਸਾਰੀ ਪਾਵਰ ਕਿੱਥੋਂ ਆਉਂਦੀ ਹੈ? ਲੋਕਾਂ ਤੋਂ। ਲੋਕ ਚੁਣਦੇ ਨੇ ਆਪਣੇ ਰਿਪਰੈਜ਼ੈਂਟੇਟਿਵ, ਜਿਹੜੇ ਆਪਣੇ ਏਰੀਏ ਤੋਂ ਆਪਣਾ ਇੱਕ ਪਰਸਨ ਚੁਣ ਕੇ ਭੇਜਦੇ ਆ ਜਾਂ ਡਾਇਰੈਕਟ ਵੋਟ ਪਾਉਂਦੇ ਆ, ਜਿਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੁੰਦਾ, ਉੱਥੇ ਹੁੰਦੀ ਹੈ ਡੈਮੋਕ੍ਰੇਸੀ। ਪੂਰੀ ਦੁਨੀਆ ਦੇ ਵਿੱਚ ਹਿੰਦੁਸਤਾਨ ਦੀ ਜਿਹੜੀ ਡੈਮੋਕ੍ਰੇਸੀ ਹੈ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ, ਸਭ ਤੋਂ ਵੱਡਾ ਲੋਕਤੰਤਰ ਪੂਰੀ ਦੁਨੀਆ ਦੇ ਵਿੱਚ ਕਿੱਥੇ ਹੈ? ਤਾਂ ਉਹ ਹੈਗਾ ਜੀ ਇੰਡੀਆ ਦੇ ਵਿੱਚ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਡੈਮੋਕ੍ਰੇਸੀ ਪਹਿਲੇ ਨੰਬਰ 'ਤੇ ਹੈ, ਉਹ ਮੈਂ ਪੜ੍ਹ ਲਿਆ। ਅਤੇ ਕਾਫੀ ਦੇਸ਼ ਦੇ ਵਿੱਚ ਡੈਮੋਕ੍ਰੇਸੀ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਨੈਕਸਟ ਦੇ ਬਾਰੇ ਗੱਲ ਕਰਾਂਗੇ। ਅਤੇ ਤੁਸੀਂ ਦੇਖੋ ਦੂਜੇ ਨੰਬਰ 'ਤੇ ਤੁਹਾਡਾ ਆਉਂਦਾ ਜੀ, ਦੂਜੇ ਨੰਬਰ 'ਤੇ ਤੁਹਾਡੀ ਆਉਂਦੀ ਹੈ ਮੋਨਾਰਕੀ ਦੇ ਵਿੱਚ ਕੀ ਹੁੰਦਾ ਜੀ? ਜਿਵੇਂ ਡੈਮੋਕ੍ਰੇਸੀ ਦੇ ਵਿੱਚ ਤਾਂ ਹੁੰਦਾ ਪ੍ਰੈਜ਼ੀਡੈਂਟ ਚੁਣਿਆ ਜਾਂਦਾ ਹੈ ਲੋਕਾਂ ਦੁਆਰਾ। ਜਿਹੜਾ ਦੇਸ਼ ਦਾ ਸਭ ਤੋਂ ਵੱਡਾ ਹੈੱਡ ਹੁੰਦਾ ਉਹ ਹੁੰਦਾ ਪ੍ਰੈਜ਼ੀਡੈਂਟ, ਰਾਸ਼ਟਰਪਤੀ, ਡੈਮੋਕ੍ਰੇਸੀ ਦੇ ਵਿੱਚ। ਪਰ ਮੋਨਾਰਕੀ ਦੇ ਵਿੱਚ ਕੀ ਹੁੰਦਾ ਜੀ? ਇੱਥੇ ਕਿ ਆਪਾਂ ਕਹਿੰਦੇ ਹਾਂ ਰਾਜੇ ਅਤੇ ਰਾਣੀਆਂ ਦੀ ਸਰਕਾਰ, ਰਾਜਾ ਰਾਣੀ ਦੀ ਸਰਕਾਰ। ਇੱਥੇ ਪ੍ਰੈਜ਼ੀਡੈਂਟ ਨਹੀਂ ਚੁਣਿਆ ਜਾਂਦਾ, ਇੱਥੇ ਪ੍ਰੈਜ਼ੀਡੈਂਟ ਕੌਣ ਹੁੰਦਾ ਹੈ? ਰਾਜਾ ਅਤੇ ਰਾਣੀ ਹੁੰਦੀ ਹੈ। ਰਾਜਾ ਮਰ ਗਿਆ, ਉਹਦੀ ਘਰਵਾਲੀ ਬੈਠ ਜੂਗੀ,
ਪ੍ਰੈਜ਼ੀਡੈਂਟ ਬਣ ਕੇ ਫਿਰ ਪ੍ਰੈਜ਼ੀਡੈਂਟ ਉਹ ਕੁਈਨ ਬਣ ਜੂਗੀ, ਕੁਈਨ ਤੋਂ ਬਾਅਦ ਫਿਰ ਉਹਦਾ ਬੇਟਾ ਹੋਊਗਾ ਤਾਂ ਉਹ ਰਾਜਾ ਬਣੇਗਾ, ਪ੍ਰਿੰਸ ਬਣੇਗਾ। ਇਸ ਤਰ੍ਹਾਂ ਕਰਕੇ ਮੋਨਾਰਕੀ ਹੁੰਦੀ ਹੈ। ਅਤੇ ਜਿਹੜੀ ਮੋਨਾਰਕੀ ਦੇ ਵਿੱਚ ਹੁੰਦੀ ਹੈ ਇਹਨੂੰ ਆਪਾਂ ਕਹਿੰਦੇ ਰਾਜਾ ਰਾਣੀ ਦੀ ਸਰਕਾਰ। ਇਹ ਕਿੱਥੇ ਹੈ? ਇਹ UK ਦੇ ਵਿੱਚ ਹੈ, ਇੰਗਲੈਂਡ ਦੇ ਵਿੱਚ। ਠੀਕ ਹੈ ਜੀ, ਇੱਕ ਖਾਸ ਕਰਕੇ ਕੁਐਸਚਨ ਆਉਂਦਾ ਹੈ ਕਿ ਮੋਨਾਰਕੀ ਸਿਸਟਮ ਕਿੱਥੇ ਹੈ ਇਹ। ਤੇ ਅੱਛਾ, ਖਾਸ ਗੱਲ ਕੀ ਹੈ, ਸਾਡਾ ਜਿੱਥੇ ਪ੍ਰੈਜ਼ੀਡੈਂਟ ਚੁਣਿਆ ਜਾਂਦਾ ਹੈ ਇੱਥੇ ਕੀ ਹੁੰਦਾ ਜੀ, ਉਹਦੀ ਥਾਂ 'ਤੇ ਕੌਣ ਹੈ? ਇੱਥੇ ਰਾਜਾ ਤੇ ਰਾਣੀ ਹੁੰਦੇ ਆ। ਠੀਕ ਹੈ ਜੀ, ਬਸ ਇੰਨਾ ਹੀ ਫਰਕ ਹੁੰਦਾ ਹੈ। ਜਿਹੜੇ ਲਾਸਟ ਸਾਈਨ ਹੈ ਸਾਡੇ ਲਾਅ ਬਣਾਉਣ ਤੋਂ ਪਹਿਲਾਂ, ਕੋਈ ਵੀ ਕਾਨੂੰਨ ਬਣਾਉਣਾ ਉਹਦੇ 'ਤੇ ਲਾਸਟ ਸਾਈਨ ਲਾਅ ਕਦੋਂ ਬਣਦਾ ਹੈ? ਜਦੋਂ ਸਾਡੇ ਦੇਸ਼ ਦੇ ਰਾਸ਼ਟਰਪਤੀ ਉਹਦੇ 'ਤੇ ਸਾਈਨ ਕਰ ਦਿੰਦੇ ਆ। ਇਸੇ ਤਰ੍ਹਾਂ ਮੋਨਾਰਕੀ ਦੇ ਵਿੱਚ ਸਭ ਤੋਂ ਲਾਸਟ ਦੇ ਵਿੱਚ ਸਾਈਨ ਕੌਣ ਕਰਦਾ ਹੈ? ਰਾਜਾ ਤਾਂ ਰਾਣੀ। ਠੀਕ ਹੈ ਜੀ, ਇਸ ਕਰਕੇ ਯਾਦ ਰੱਖਣਾ ਤੁਸੀਂ। ਅੱਛਾ, ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਨੈਕਸਟ। ਉਸ ਤੋਂ ਬਾਅਦ ਇੱਕ ਡੈਮੋਕ੍ਰੇਸੀ, ਇੱਕ ਚੀਜ਼ ਹੋਰ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਜੀ ਥਿਓਕ੍ਰੇਸੀ। ਥਿਓਕ੍ਰੇਸੀ ਇਹਦੇ ਵਿੱਚ ਕੀ ਹੁੰਦਾ? ਥਿਓ ਦਾ ਮਤਲਬ ਹੁੰਦਾ ਹੈ ਜਿਹੜੇ ਗੋਡ ਹੁੰਦੇ ਆ, ਮਤਲਬ ਜਿਹੜੇ ਤੁਸੀਂ ਵੇਖਿਆ ਹੋਏਗਾ ਸਭ ਤੋਂ ਵੱਡੇ ਜਿਹੜੇ ਤੁਸੀਂ ਆਪਾਂ ਸਾਰੇ ਰੱਬ ਨੂੰ ਯਾਦ ਕਰਦੇ ਹਾਂ, ਅਤੇ ਰੱਬ ਦੇ ਬਣਾਏ ਹੋਏ ਕੁਝ ਪਰਸਨ ਹੁੰਦੇ ਆ, ਰੱਬ ਦੇ ਬਣਾਏ ਹੋਏ ਕੁਐਸਚਨ ਪਰਸਨ ਹੁੰਦੇ ਜਿਹਨੂੰ ਆਪਾਂ ਕਹਿੰਦੇ ਹਾਂ ਦੇਵਤੇ। ਉਹ ਦੇਵਤੇ ਬਣ ਕੇ ਨਾ ਸਾਰੇ ਦੇਸ਼ ਨੂੰ ਚਲਾਉਂਦੇ ਨੇ, ਉਹਨੂੰ ਆਪਾਂ ਕਹਿੰਦੇ ਹਾਂ ਥਿਓਕ੍ਰੇਸੀ। ਜਦੋਂ ਸ਼ਾਸਨ ਕੋਈ ਗਵਰਨਮੈਂਟ ਨਾ ਚਲਾ ਕੇ ਉਹਦੇ ਲੋਕ ਜਿਹੜੇ ਗੋਡ ਦੇ ਬਣਾਏ ਹੋਏ ਆਪਣੇ ਆਪ ਨੂੰ ਗੋਡ ਦੇ ਰੂਪ ਦੇ ਵਿੱਚ ਦੱਸਦੇ ਨੇ, ਜਦੋਂ ਉਹ ਲੋਕ ਸ਼ਾਸਨ ਚਲਾਉਂਦੇ ਨੇ ਉਹਨੂੰ ਆਪਾਂ ਕਹਿੰਦੇ ਹਾਂ ਥਿਓਕ੍ਰੇਸੀ। ਰੱਬ ਦੇ ਨਾਮ ਦੇ ਉੱਪਰ ਵੀ, ਰੱਬ ਨੇ ਸਾਨੂੰ ਇਹ ਕਿਹਾ ਤੁਸੀਂ ਐਵੇਂ ਕਰਨਾ। ਠੀਕ ਹੈ ਜੀ, ਉਹਨੂੰ ਆਪਾਂ ਕਹਿੰਦੇ ਹਾਂ ਥਿਓਕ੍ਰੇਸੀ। ਠੀਕ ਹੈ ਜੀ, ਉਸ ਤੋਂ ਬਾਅਦ ਮੈਂ ਦੱਸਾਂ ਤੁਹਾਨੂੰ ਇੱਕ ਚੀਜ਼ ਹੁੰਦੀ ਹੈ ਆਟੋਕ੍ਰੇਸੀ ਕਿੱਦਾਂ ਦੀ ਹੁੰਦੀ ਹੈ ਜੀ? ਆਟੋਕ੍ਰੇਸੀ ਦੇ ਬਾਰੇ ਦੱਸਦਾ। ਆਟੋਕ੍ਰੇਸੀ ਦਾ ਮਤਲਬ ਕੀ ਹੁੰਦਾ? ਆਟੋਕ੍ਰੇਸੀ ਨੂੰ ਆਪਾਂ ਕਹਿੰਦੇ ਹਾਂ ਡਿਕਟੇਟਰਸ਼ਿਪ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਬੰਦਾ ਇੱਕ ਹੁੰਦਾ ਹੈ, ਜਿਵੇਂ ਕਿਮ ਜੋਂਗ ਹੈ, ਇਹਨੇ ਪੈਂਟ ਵੀ ਪਾਉਣੀ ਹੈ ਆਪਣੇ ਹਿਸਾਬ ਨਾਲ, ਵਾਲ ਵੀ ਕਟਾਉਣੇ ਆਪਣੇ ਹਿਸਾਬ ਨਾਲ। ਸਾਰੇ ਦੇਸ਼ ਦੇ ਵਿੱਚ ਸਿਰਫ ਇਹਦਾ ਹੀ ਰੂਲ ਚੱਲੇ, ਇੱਕੋ ਹੀ ਬੰਦਾ ਸਾਰੇ ਦੇਸ਼ ਨੂੰ ਸੰਭਾਲ ਲਿਆ, ਕੋਈ ਗੌਰਮੈਂਟ ਨਹੀਂ ਗਈ, ਉਹ ਆਪਣੇ ਹਿਸਾਬ ਨਾਲ ਸਭ ਕੁਝ ਕਰੀ ਜਾਂਦਾ ਹੈ। ਉਹਨੂੰ ਆਪਾਂ ਕਹਿੰਦੇ ਹਾਂ ਆਟੋਕ੍ਰੇਸੀ ਜਾਂ ਡਿਕਟੇਟਰਸ਼ਿਪ। ਠੀਕ ਹੈ ਜੀ, ਜਿਹੜਾ ਆਪਣੇ ਤਰੀਕੇ ਨਾਲ ਚੱਲਦਾ ਹੈ, ਕੋਈ ਸਰਕਾਰ ਦੀ ਕੋਈ ਸਲਾਹ ਨਹੀਂ ਲੈਂਦਾ, ਬਸ ਜੋ ਕਹਤਾ ਉਹਨੇ ਉਹੀ ਆਪਣੇ ਹਿਸਾਬ ਨਾਲ ਚਲਾਉਣਾ ਹੈ। ਉਸ ਚੀਜ਼ ਨੂੰ ਆਪਾਂ ਕਹਿੰਦੇ ਹਾਂ ਡਿਕਟੇਟਰਸ਼ਿਪ। ਤਾਂ ਮੈਂ ਦੱਸਿਆ ਕਿ ਕੌਨਸਟੀਟਿਊਸ਼ਨ ਦੇ ਕਿੰਨੇ ਤਰ੍ਹਾਂ ਦੇ ਹੁੰਦੇ ਨੇ, ਸਾਰੇ ਦੇਸ਼ਾਂ ਦੇ ਵਿੱਚ ਅਲੱਗ-ਅਲੱਗ ਕੌਨਸਟੀਟਿਊਸ਼ਨ ਅਲੱਗ-ਅਲੱਗ ਤਰੀਕੇ ਨਾਲ ਚੱਲਦੇ ਨੇ। ਅਤੇ ਸਭ ਤੋਂ ਵੱਡਾ ਜਿਹੜਾ ਮੇਨ ਜਿਹਦੇ 'ਚ ਸਭ ਤੋਂ ਜ਼ਿਆਦਾ ਲੋਕਾਂ ਨੂੰ ਰਾਈਟ ਮਿਲਦੇ ਨੇ, ਮਤਲਬ ਅਧਿਕਾਰ ਮਿਲਦੇ ਨੇ, ਉਹ ਹੁੰਦੀ ਹੈ ਡੈਮੋਕ੍ਰੇਸੀ। ਜਿੱਥੇ ਸਭ ਤੋਂ ਜ਼ਿਆਦਾ ਅਧਿਕਾਰ ਮਿਲਦੇ ਨੇ ਉਹ ਡੈਮੋਕ੍ਰੇਸੀ ਹੁੰਦੀ ਹੈ। ਠੀਕ ਹੈ ਜੀ, ਤਾਂ ਕਰਕੇ ਇੰਡੀਆ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਅਤੇ ਸਭ ਤੋਂ ਜ਼ਿਆਦਾ ਅਧਿਕਾਰ ਇੰਡੀਆ ਦੇ ਲੋਕਾਂ ਨੂੰ ਦਿੱਤੇ ਹੋਏ ਨੇ। ਠੀਕ ਹੈ ਜੀ, ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ। ਹੁਣ ਥੋੜ੍ਹਾ ਜਿਹਾ ਮੈਂ ਹੋਰ ਇਲੈਬੋਰੇਟ ਕਰੂੰਗਾ ਕਿ ਜਿਹੜਾ ਸੰਵਿਧਾਨ ਹੁੰਦਾ ਹੈ, ਮੈਂ ਤੁਹਾਨੂੰ ਜਿਹੜਾ ਮੈਂ ਹੁਣ ਦੱਸਿਆ ਤੁਹਾਨੂੰ ਸਮਝ ਆ ਗਿਆ ਹੋਵੇਗਾ। ਹੁਣ ਦੇਖੋ, ਜਿਹੜਾ ਕੌਨਸਟੀਟਿਊਸ਼ਨ ਹੁੰਦਾ ਨਾ, ਜਿਹੜਾ ਸਾਡੇ ਇੰਡੀਆ ਦਾ ਕੌਨਸਟੀਟਿਊਸ਼ਨ ਹੈ, ਇੰਡੀਆ ਦੇ ਕੌਨਸਟੀਟਿਊਸ਼ਨ ਸਾਡਾ ਕਿਸ ਤਰ੍ਹਾਂ ਦਾ? ਡੈਮੋਕ੍ਰੇਸੀ ਹੈ ਸਾਡੇ ਇੰਡੀਆ ਦੇ ਵਿੱਚ। ਡੈਮੋਕ੍ਰੇਸੀ ਮਤਲਬ ਲੋਕਤਾਂਤਰਿਕ ਸਰਕਾਰ ਹੈ। ਇੱਥੇ ਸਭ ਤੋਂ ਵੱਡਾ ਹੈੱਡ ਕੌਣ ਹੁੰਦਾ ਜੀ? ਪ੍ਰੈਜ਼ੀਡੈਂਟ ਮਤਲਬ ਰਾਸ਼ਟਰਪਤੀ। ਇਹ ਕੀ ਹੈ ਜੀ? ਲੋਕਾਂ ਦੁਆਰਾ ਚੁਣਿਆ ਜਾਂਦਾ ਹੈ, ਲੋਕਾਂ ਦੁਆਰਾ ਵੋਟ ਪਾ ਕੇ ਚੁਣਿਆ ਜਾਂਦਾ ਹੈ। ਤਾਂ ਕਰਕੇ ਸਾਡੇ ਦੇਸ਼ ਦੇ ਵਿੱਚ ਕੀ ਮਨਾਇਆ ਜਾਂਦਾ? ਰਿਪਬਲਿਕ ਡੇ। ਇਹ ਮੈਂ ਸਮਝਾਊਂਗਾ ਤੁਹਾਨੂੰ ਸਾਰੇ ਵਰਡ ਵੀ। ਤਾਂ ਹੁਣ ਇੰਡੀਆ ਦੇ ਵਿੱਚ ਨਾ ਦੇਖੋ, ਪੂਰੀ ਦੁਨੀਆ ਦੇ ਵਿੱਚ ਨਾ ਡੈਮੋਕ੍ਰੇਸੀ ਹੁੰਦੀ ਹੈ ਦੋ ਤਰ੍ਹਾਂ ਦੀ। ਹੁਣ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਦੀ ਡੈਮੋਕ੍ਰੇਸੀ ਹੈ? ਡੈਮੋਕ੍ਰੇਸੀ ਤਾਂ ਹੈਗੀ ਹੈ, ਪਰ ਇੰਡੀਆ ਦੇ ਵਿੱਚ ਡੈਮੋਕ੍ਰੇਸੀ ਹੈ ਕਿੱਦਾਂ ਦੀ, ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਤਾਂ ਇੰਡੀਆ ਦੇ ਵਿੱਚ ਜਿਹੜੀ ਡੈਮੋਕ੍ਰੇਸੀ ਹੈ ਉਹ ਹੋਈ ਹੈ ਦੋ ਤਰ੍ਹਾਂ ਦੀ। ਦੇਖੋ, ਦੋ ਤਰ੍ਹਾਂ ਦੀ, ਪੂਰੇ ਵਰਲਡ ਦੇ ਵਿੱਚ ਦੋ ਤਰ੍ਹਾਂ ਦੀ ਡੈਮੋਕ੍ਰੇਸੀ ਹੁੰਦੀ ਹੈ। ਇੱਕ ਹੋ ਸਕਦਾ ਕਿ ਇਹ ਡਿਪੈਂਡ ਕਰਦੀ ਹੈ ਤੁਹਾਡੀ ਪੋਪੂਲੇਸ਼ਨ ਦੇ ਉੱਪਰ। ਡੈਮੋਕ੍ਰੇਸੀ ਲੋਕਤੰਤਰ ਤੁਹਾਡਾ ਡਿਪੈਂਡ ਕਰਦਾ ਪੋਪੂਲੇਸ਼ਨ ਦੇ ਉੱਪਰ। ਹੋ ਸਕਦਾ ਕਿ ਇੱਕ ਛੋਟਾ ਜਿਹਾ ਦੇਸ਼ ਹੈ ਅਤੇ ਉਹਦੇ 'ਚ ਪੋਪੂਲੇਸ਼ਨ ਹੀ ਸਿਰਫ 1 ਲੱਖ ਲੋਕ ਨੇ। ਉਹਨਾਂ ਨੇ ਕੀ ਕੀਤਾ ਕਿ ਕੋਈ ਲੋਅ ਬਣਾਉਣਾ ਸੀਗਾ, ਤਾਂ ਸਾਰੇ ਇੱਕ ਮੈਦਾਨ ਦੇ ਵਿੱਚ ਇਕੱਠੇ ਹੋ ਗਏ, ਇੱਕ ਗਰਾਊਂਡ ਦੇ ਵਿੱਚ, ਸਾਰਿਆਂ ਨੇ ਉੱਥੇ ਇਹ ਇੱਕ ਦਿਨ ਦੇ ਵਿੱਚ ਹੀ ਵੋਟ ਪਾ ਕੇ ਤਾਂ ਆਪਣੇ ਨੇਤਾ ਨੂੰ ਚੁਣ ਲਿਆ। ਉਹਨੂੰ ਆਪਾਂ ਕਹਿੰਦੇ ਹਾਂ ਡਾਇਰੈਕਟ ਡੈਮੋਕ੍ਰੇਸੀ। ਸਾਰੇ ਇੱਕੋ ਮੈਦਾਨ ਦੇ ਵਿੱਚ ਇੱਕ ਦਿਨ ਆਏ ਅਤੇ ਸਾਰਿਆਂ ਨੇ ਆਪਣਾ ਲੀਡਰ ਚੁਣ ਲਿਆ, ਉਸ ਨੂੰ ਆਪਾਂ ਕਹਿੰਦੇ ਹਾਂ ਡਾਇਰੈਕਟ ਡੈਮੋਕ੍ਰੇਸੀ। ਬਟ ਇੱਕ ਹੁੰਦੀ ਹੈ ਡਾਇਰੈਕਟ, ਮੈਂ ਹੁਣ ਜਿਹੜੀ ਤੁਹਾਨੂੰ ਮੈਂ ਦੱਸੀ ਹੈ, ਇਹ ਕਿੱਥੇ ਹੈਗੀ ਹੈ? ਸਵਿਟਜ਼ਰਲੈਂਡ ਦੇ ਵਿੱਚ। ਇੰਡੀਆ ਦੇ ਵਿੱਚ ਕਿਹੜੀ ਹੈ ਜੀ? ਇਨਡਾਇਰੈਕਟ ਕਿਉਂ ਹੈ? ਕਿਉਂਕਿ ਇੰਡੀਆ ਦੀ ਪੋਪੂਲੇਸ਼ਨ ਸਭ ਦੁਨੀਆ ਦੇ ਵਿੱਚ ਸੈਕਿੰਡ ਨੰਬਰ 'ਤੇ ਹੈ। ਹੁਣ ਹੋ ਸਕਦਾ ਕਿ ਅਬੋਹਰ ਤੁਸੀਂ ਜਿਹੜਾ ਸ਼ਹਿਰ ਹੈ ਉਹਦੇ ਵਿੱਚੋਂ ਹੀ 2.5 ਲੱਖ ਬੰਦਾ ਹੈ, 2.5-3 ਲੱਖ ਬੰਦਾ ਆਉਂਦਾ ਹੈ। ਹੁਣ 2.5-3 ਲੱਖ ਬੰਦਾ ਹੀ ਮੰਨ ਲਓ ਦਿੱਲੀ ਦੇ ਵਿੱਚ ਪ੍ਰਗਤੀ ਮੈਦਾਨ 'ਚ ਚੱਲ ਜੂਗਾ, ਤਾਂ ਕਿੰਨੀ ਪੋਪੂਲੇਸ਼ਨ ਹੋ ਜਾਣੀ ਹੈ? ਹੁਣ ਦਿੱਲੀ ਦੇ ਵਿੱਚ ਕਿੰਨੀ ਪੋਪੂਲੇਸ਼ਨ ਹੈਗੀ ਹੈ? ਹੁਣ ਸਾਰੇ ਲੋਕਾਂ ਨੂੰ ਆਪਾਂ 135 ਕਰੋੜ ਲੋਕਾਂ ਨੂੰ ਇੱਕ ਥਾਂ 'ਤੇ ਇਕੱਠੇ ਨਹੀਂ ਕਰ ਸਕਦੇ। ਅਤੇ ਆਪਣੇ ਦੇਸ਼ ਦੇ ਵਿੱਚ ਕੀ ਹੁੰਦਾ ਫਿਰ? ਆਪਣੇ ਦੇਸ਼ ਦੇ ਵਿੱਚ ਹੁੰਦਾ ਕਿ ਜਿਹੜੇ ਆਪਣੇ ਏਰੀਏ ਦੇ ਉੱਪਰ, ਆਪਣੀ ਸ਼ਹਿਰ ਦੇ ਵਿੱਚੋਂ ਇੱਕ ਪਰਸਨ MLA ਬਣਦਾ, MLA ਬਣ ਕੇ ਉਹ ਆਉਂਦਾ, MLA ਬਣਦਾ ਜਾਂ MP ਬਣਦਾ। ਮਤਲਬ 10 ਲੱਖ ਲੋਕਾਂ ਦੇ ਉੱਪਰ, 5 ਲੱਖ ਲੋਕਾਂ ਦੇ ਉੱਪਰ ਇੱਕ MLA ਜਾਂ MP ਬਣਦਾ। ਉਹ ਆ ਕੇ ਅੱਗੇ ਪਾਰਲੀਮੈਂਟ ਦੇ ਵਿੱਚ ਬੈਠੇਗਾ, ਉਹ ਲਾਅ ਬਣਾਏਗਾ। ਇਸ ਤਰ੍ਹਾਂ ਦੀ ਜਿਹੜੀ ਡੈਮੋਕ੍ਰੇਸੀ ਹੁੰਦੀ ਹੈ, ਉਹ ਜਿਹੜੇ ਇਹ ਪਰਸਨ ਹੁੰਦੇ, ਇਹ ਕੀ ਹੁੰਦੇ ਨੇ? ਉਸ ਏਰੀਏ ਦੇ ਹੁੰਦੇ ਨੇ ਰਿਪਰੈਜ਼ੈਂਟੇਟਿਵ।
रिप्रजेंटेटिव आप कहते ना मैं इस एरिया ਨੂੰ रिप्रजेंट करता ਪਿਆ ਜਾਂ मैं मेरी क्लास ਨੂੰ रिप्रजेंट करता पिया। इस तरह MLA MP भी ਕੀ ਕਰਦੇ ਨੇ ਆਪਣੇ ਏਰੀਆ ਨੂੰ ਰਿਪਰੈਜ਼ੈਂਟ ਕਰਦੇ ਨੇ। ਤਾਂ ਕਰਕੇ ਇਹ ਬੰਦੇ ਜਿਹੜੇ ਰਿਪਰੈਜ਼ੈਂਟੇਟਿਵ ਨੇ ਇਹ ਆ ਕੇ ਪਾਰਲੀਮੈਂਟ ਦੇ ਵਿੱਚ ਬੈਠਣਗੇ, ਜਿਹੜੀ ਸੰਸਥਾ ਦੇ ਵਿੱਚ ਇੱਥੇ ਲਾਅ ਬਣਾਉਣਗੇ ਲਾਅ, ਠੀਕ ਹੈ ਜੀ। ਇੱਥੇ ਜੇ ਫਿਰ ਲਾਅ ਬਣਾਉਣ ਤੋਂ ਬਾਅਦ ਇਹ ਲਾਅ ਸਾਰੀ ਦੁਨੀਆ ਦੇ ਵਿੱਚ ਸਾਡੇ ਪੂਰੇ ਹਿੰਦੁਸਤਾਨ ਦੇ ਵਿੱਚ ਲਾਗੂ ਹੋਵੇਗਾ। ਇਸ ਕਰਕੇ ਜਿਹੜਾ ਸਾਡੇ ਦੇਸ਼ ਦੇ ਵਿੱਚ ਕਿਹੜੀ ਡੈਮੋਕ੍ਰੇਸੀ ਹੈ, ਇਨਡਾਇਰੈਕਟ ਡੈਮੋਕ੍ਰੇਸੀ ਹੈ। ਹੁਣ ਇਹਦਾ ਕੀ ਹੈ ਜੀ, ਸਾਡੇ ਦੇਸ਼ ਦੇ ਵਿੱਚ ਹੌਲੀ ਹੌਲੀ ਪਹਿਲੇ ਨਾਰਥ ਦੇ ਇਲੈਕਸ਼ਨ ਹੋਣਗੇ, ਫਿਰ ਸਾਊਥ ਵੱਲ ਜਾਣਗੇ। ਇਸ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਪੂਰੇ ਸਿਸਟਮ ਚੱਲਦਾ ਰਹਿੰਦਾ, ਠੀਕ ਹੈ ਜੀ। ਤਾਂ ਕਰਕੇ ਜਿੱਥੇ ਪੋਪੂਲੇਸ਼ਨ ਜ਼ਿਆਦਾ ਹੁੰਦੀ ਹੈ, ਪੋਪੂਲੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਜਿੱਥੇ, ਉੱਥੇ ਫਿਰ ਇੰਡਾਇਰੈਕਟ ਡੈਮੋਕ੍ਰੇਸੀ ਚੱਲਦੀ ਹੈ। ਤਾਂ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਡੈਮੋਕ੍ਰੇਸੀ ਲੋਕਤੰਤਰਕ ਸ਼ਹਿਰ ਦੁਨੀਆ ਦਾ ਕਿਹੜਾ ਜੀ, ਉਹ ਹੈਗਾ ਸਾਡਾ ਇੰਡੀਆ ਕੰਟਰੀ ਹੈ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਆਈ ਹੋਪ ਕਿ ਤੁਹਾਨੂੰ ਮੈਂ ਹੁਣ ਤੱਕ ਜਿੰਨਾ ਵੀ ਸਮਝਾਇਆ ਨਾ ਸਾਰਾ ਸਮਝ ਆ ਗਿਆ। ਨਹੀਂ ਸਮਝ ਆਇਆ ਤਾਂ ਪਲੀਜ਼ ਜ਼ਰੂਰ ਜਾ ਕੇ ਪਿੱਛੇ ਜਾ ਕੇ ਜ਼ਰੂਰ ਵੇਖੋ, ਵੀਡੀਓ ਨੂੰ ਬੈਕ ਕਰ ਲਓ। ਬੈਕ ਕਰਕੇ ਤੁਸੀਂ ਇਸ ਗੱਲ ਨੂੰ ਦੁਬਾਰਾ ਸੁਣ ਸਕਦੇ ਹੋ, ਤਾਂ ਕਿ ਮੈਂ ਇਸ ਨੂੰ ਦੁਬਾਰਾ ਰਿਪੀਟ ਨਹੀਂ ਕਰੂੰਗਾ। ਇੱਕ ਚੀਜ਼ ਤੁਸੀਂ ਹੋਰ ਯਾਦ ਰੱਖਣੀ ਹੈ, ਜਿਹੜੀ ਮੈਂ ਹੁਣ ਕੌਂਸਟੀਟਿਊਸ਼ਨ ਦੇ ਵਿੱਚ ਤੁਹਾਨੂੰ ਕਰਵਾ ਰਿਹਾ ਉਸ ਨੂੰ ਤੁਸੀਂ ਨੋਟ ਕਰਨਾ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਦੇਖੋ, ਹੁਣ ਤੁਹਾਨੂੰ ਮੈਂ ਦੱਸੂੰਗਾ ਵੀ ਕੌਂਸਟੀਟਿਊਸ਼ਨ ਦੇ ਵਿੱਚ ਕੰਮ ਕਿਵੇਂ ਕਰਦਾ। ਕੌਂਸਟੀਟਿਊਸ਼ਨ ਦੇਖੋ, ਕੋਈ ਵੀ ਦੁਨੀਆ ਦੇ ਵਿੱਚ ਕੋਈ ਕੌਂਸਟੀਟਿਊਸ਼ਨ ਹੈ, ਕੌਂਸਟੀਟਿਊਸ਼ਨ ਦੁਨੀਆ ਦੇ ਵਿੱਚ ਕੋਈ ਵੀ ਹੈ, ਉਹਦੇ ਹੁੰਦੇ ਨੇ 4 ਪਿਲਰ, 4 ਪੈਰ ਹੁੰਦੇ ਨੇ ਉਹਦੇ, ਠੀਕ ਹੈ ਜੀ। ਪਹਿਲਾ ਪੈਰ ਹੁੰਦਾ ਜਿਹਨੂੰ ਆਪਾਂ ਕਹਿੰਦੇ ਹਾਂ ਲੈਜਿਸਲੇਚਰ। ਲੈਜਿਸਲੇਚਰ ਦਾ ਮਤਲਬ ਹਿੰਦੀ ਦੇ ਵਿੱਚ ਲਿਖ ਲਓ। ਲੈਜਿਸਲੇਚਰ ਦਾ ਹਿੰਦੀ ਦੇ ਵਿੱਚ ਮਤਲਬ ਲਿਖੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਇੱਥੇ ਇਹਦਾ ਮਤਲਬ ਹੁੰਦਾ ਹੈ ਕਾਨੂੰਨ ਬਣਾਉਣ ਵਾਲੇ, ਕਾਨੂੰਨ ਬਣਾਉਣ ਵਾਲੇ। ਇਹ ਤੁਸੀਂ ਪੰਜਾਬੀ ਜਾਂ ਹਿੰਦੀ ਦੇ ਵਿੱਚ ਲਿਖ ਲਓ। ਕਾਨੂੰਨ ਬਣਾਉਣ ਵਾਲੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਲੈਜਿਸਲੇਟਿਵ, ਠੀਕ ਹੈ ਜੀ। ਉਹਨਾਂ ਨੂੰ ਆਪਾਂ ਕਹਿੰਦੇ ਲੈਜਿਸਲੇਚਰ। ਜਿਹੜੇ ਵਾਈਟ ਕੱਪੜੇ ਪਾ ਕੇ, ਤੁਹਾਨੂੰ ਪਤਾ ਪਾਰਲੀਮੈਂਟ ਦੇ ਵਿੱਚ ਜਿਹੜੇ ਬੈਠੇ ਨੇ ਉਹ ਬੰਦੇ ਜਿਹੜੇ ਸਾਰੇ ਨੇ, ਭਾਵੇਂ 500 ਹੈ 1000 ਹੈ, ਜਿੰਨੇ ਵੀ ਪਾਰਲੀਮੈਂਟ ਦੇ ਵਿੱਚ ਬੈਠੇ ਨੇ ਉਹ ਸਾਰੇ ਕੀ ਨੇ, ਲੈਜਿਸਲੇਚਰ। ਉਹ ਬਣਾਉਂਦੇ ਨੇ ਕਾਨੂੰਨ। ਇਸ ਕਾਨੂੰਨ ਨੂੰ ਲਾਗੂ ਕਰਨ ਵਾਲੇ ਬੰਦੇ ਹੁੰਦੇ ਨੇ ਐਗਜ਼ੀਕਿਊਟਿਵ ਆਫੀਸਰਸ। ਇਹ ਕੀ ਹੁੰਦੇ ਨੇ, ਗਰੁੱਪ ਡੀ ਤੋਂ ਲੈ ਕੇ ਗਰੁੱਪ ਏ ਤੱਕ ਸਾਰੇ ਪਰਸਨ ਜਿੰਨੇ ਵੀ ਆਫੀਸਰ ਨੇ, ਜਿਨ੍ਹਾਂ ਨੂੰ ਆਪਾਂ ਕਹਿੰਦੇ ਨੌਕਰਸ਼ਾਹ, ਬਾਬੂ ਲੋਕ, ਇਹ ਸਾਰੇ ਲੋਕਾਂ ਨੂੰ ਆਪਾਂ ਐਗਜ਼ੀਕਿਊਟਿਵ ਆਫੀਸਰ ਕਰਦੇ ਹਾਂ। ਇਹ ਕੀ ਕਰਦੇ ਆ, ਇਹ ਜਿਹੜਾ ਕਾਨੂੰਨ ਹੈ ਜਿਹੜਾ ਬਣਾਇਆ ਸੀ, ਇਹ ਤਾਂ ਇਹਨਾਂ ਨੇ ਬਣਾਤਾ, ਇਹਨਾਂ ਦੀ ਚੱਪਲਾਂ ਵੀ ਚੱਲੀਆਂ ਪਾਰਲੀਮੈਂਟ ਦੇ ਵਿੱਚ, ਪੈਸੇ ਚੱਲ ਗਏ, ਸਭ ਕੁਝ ਚੱਲ ਗਿਆ। ਪਰ ਇਹਨਾਂ ਨੇ ਇਹ ਜਿਹੜਾ ਲਾਅ ਹੈ, ਇਹ ਜਿਹੜਾ ਲਾਗੂ ਕਰਨਾ ਹੈ, ਇਹ ਲਾਗੂ ਕਿਹਨਾਂ ਕਰਨਾ ਹੈ, ਜਿਹੜੇ ਅਫਸਰ ਲੋਕ ਨੇ, ਪੁਲਿਸ ਹੈਗੀ ਹੈ, ਆਰਮੀ ਹੈਗੀ ਹੈ, ਸਾਡੇ ਜਿਹੜੇ SSC ਦੇ ਸਿਲੈਕਟਡ ਆਫੀਸਰ ਨੇ, PCS ਕਲੀਅਰ ਕਰਕੇ ਬੈਠੇ ਨੇ, UPSC ਕਲੀਅਰ ਕਰਕੇ, ਇਹਨਾਂ ਸਾਰੇ ਲੋਕਾਂ ਨੇ ਇਸ ਕਾਨੂੰਨ ਨੂੰ ਲਾਗੂ ਕਰਨਾ ਹੈ। ਤਾਂ ਕਰਕੇ ਇਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਪਬਲਿਕ ਸਰਵੈਂਟ ਕਹਿੰਦੇ ਹਾਂ। ਇਹਨਾਂ ਨੂੰ ਜਿਹੜਾ ਜਿੰਦੀ ਇੱਕ ਤਿਆਰੀ ਆਪਾਂ ਕਰਨਾ ਚਾਹੁੰਦੇ ਹਾਂ, ਆਪਾਂ ਤਿਆਰੀ ਕਰਦੇ ਪਏ ਨਾ, ਆਪਾਂ ਕਿਹੜੀ ਲਾਈਨ ਦੇ ਵਿੱਚ ਜਾਣਾ ਚਾਹੁੰਦੇ ਹਾਂ, ਐਗਜ਼ੀਕਿਊਟਿਵ ਆਫੀਸਰ ਬਣਨਾ ਚਾਹੁੰਦੇ ਹਾਂ। ਸਾਡਾ ਕੰਮ ਹੋਏਗਾ ਆਪਾਂ ਲਾਅ ਨੂੰ ਇੰਪਲੀਮੈਂਟ ਕਰਨਾ ਹੋਏਗਾ, ਠੀਕ ਹੈ ਜੀ। ਉਸ ਤੋਂ ਬਾਅਦ ਕੰਮ ਆਉਂਦਾ 3rd ਨੰਬਰ 'ਤੇ ਆਉਂਦਾ ਹੈ, ਆਈ ਹੋਪ ਕਿ ਤੁਸੀਂ ਲਿਖ ਲਿਆ ਹੋਵੇਗਾ ਅਤੇ ਯਾਦ ਰੱਖਣਾ ਹੈ। ਜਿਹੜਾ ਪਹਿਲਾ ਸੀਗਾ ਕਾਨੂੰਨ ਬਣਾਉਣ ਵਾਲੇ ਨੇ, ਜਿਹੜੇ ਲੈਜਿਸਲੇਚਰ ਵਾਲੇ ਨੇ, ਅਤੇ ਦੂਜੇ ਨੰਬਰ 'ਤੇ ਐਗਜ਼ੀਕਿਊਟਿਵ ਜਿਹੜੇ ਨੇ, ਇਹ ਕੀ ਕਰਦੇ ਨੇ, ਕਾਨੂੰਨ ਨੂੰ ਲਾਗੂ ਕਰਨ ਵਾਲੇ, ਠੀਕ ਹੈ, ਕਾਨੂੰਨ ਨੂੰ ਲਾਗੂ ਕਰਨਾ ਹੈ। ਹੁਣ 3rd ਨੰਬਰ 'ਤੇ ਆਉਂਦਾ ਜੁਡੀਸ਼ਰੀ, ਕਾਨੂੰਨ ਜਿਹੜੀ ਹੈ, ਜਿਹੜੀ ਆਪਾਂ ਉਹਨੂੰ ਕਹਿੰਦੇ ਨਿਆਂਪਾਲਿਕਾ, ਠੀਕ ਹੈ। ਅਤੇ ਨਿਆਂਪਾਲਿਕਾ ਦੇ ਵਿੱਚ ਕੀ ਹੈ ਜੀ, ਜਿਹਨੂੰ ਆਪਾਂ ਨਿਆਂਪਾਲਿਕਾ ਕਹਿ ਦਿੰਦੇ ਹਾਂ, ਇਹਦੇ ਵਿੱਚ ਕੀ ਹੁੰਦਾ ਜੀ, ਸਭ ਤੋਂ ਵੱਡੀ ਸੁਪਰੀਮ ਕੋਰਟ, ਉਦੋਂ ਥੱਲੇ ਹਾਈ ਕੋਰਟ ਤੋਂ ਥੱਲੇ ਡਿਸਟ੍ਰਿਕਟ ਕੋਰਟ, ਸੈਸ਼ਨ ਕੋਰਟ, ਠੀਕ ਹੈ ਜੀ। ਡਿਸਟ੍ਰਿਕਟ ਅਤੇ ਸੈਸ਼ਨ, ਫਿਰ ਹੁੰਦੀ ਹੈ ਡਿਸਟ੍ਰਿਕਟ, ਫਿਰ ਉਸ ਤੋਂ ਥੱਲੇ ਹੁੰਦੀ ਹੈ ਸੈਸ਼ਨ ਕੋਰਟ। ਜਿਵੇਂ ਬੋਰਡ ਦੇ ਵਿੱਚ ਸਭ ਤੋਂ ਛੋਟੀ ਸੈਸ਼ਨ ਕੋਰਟ ਹੈ, ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਡਿਸਟ੍ਰਿਕਟ ਕੋਰਟ ਹੈ, ਫਿਰ ਹਾਈ ਕੋਰਟ ਹੈ। ਸਟੇਟ ਦੀ ਸਭ ਤੋਂ ਵੱਡੀ ਕੀ ਹੈ, ਸੁਪਰੀਮ ਕੋਰਟ ਹੈ। ਸੁਪਰੀਮ ਕੋਰਟ ਤੋਂ ਅੱਗੇ ਫਿਰ ਡੰਡੇ ਹੀ ਪੈਂਦੇ ਨੇ, ਗੱਲ ਮੰਨਣੀ ਹੀ ਪੈਣੀ ਹੈ, ਠੀਕ ਹੈ ਜੀ। ਅਤੇ ਸੁਪਰੀਮ ਕੋਰਟ ਸਭ ਤੋਂ ਇੰਡੀਆ ਦੇ ਵਿੱਚ ਸਭ ਤੋਂ ਹਾਈਐਸਟ ਪੋਜੀਸ਼ਨ 'ਤੇ ਬੈਠਾ ਹੈ, ਇਹਦੇ ਵਿੱਚ ਫਿਰ ਸਾਨੂੰ ਗੱਲ ਮੰਨਣੀ ਪੈਂਦੀ ਹੈ ਇਹਦੀ, ਠੀਕ ਹੈ ਜੀ। ਇਸ ਤੋਂ ਉੱਪਰ ਨਹੀਂ ਜਾ ਸਕਦੇ ਆਪਾਂ। ਅਤੇ ਫਾਈਨਲੀ ਜੁਡੀਸ਼ਰੀ ਦਾ ਕੰਮ ਕੀ ਹੈ, ਜਿਹੜਾ ਕਾਨੂੰਨ ਬਣਿਆ ਸੀ, ਹੋ ਸਕਦਾ ਨਾ ਹੋਣਾ ਤਾਂ ਇਹ ਲੋਕਾਂ ਦੇ ਉੱਪਰ ਲਾਗੂ ਹੈ, ਲੋਕਾਂ ਦੇ ਉੱਪਰ ਲਾਗੂ ਹੋਣਾ ਹੈ, ਹੋ ਸਕਦਾ ਇਹ ਗਲਤ ਹੋਵੇ, ਹੋ ਸਕਦਾ ਇਹਨਾਂ ਦੇ ਅਧਿਕਾਰਾਂ ਨੂੰ ਦਬਦਾ ਹੋਵੇ, ਅਤੇ ਇਸ ਨੂੰ ਚੈੱਕ ਕਿਹਨੇ ਕਰਨਾ ਹੈ, ਇਹ ਕਾਨੂੰਨ ਨੂੰ ਚੈੱਕ ਕਰਨਾ ਹੈ ਜੁਡੀਸ਼ਰੀ ਨੇ, ਮਤਲਬ ਨਿਆਂਪਾਲਿਕਾ ਨੇ ਚੈੱਕ ਕਰਨਾ ਹੈ। ਜੇ ਇਹਨਾਂ ਨੇ ਕਹਿਤਾ ਇਹ ਕਾਨੂੰਨ ਸਹੀ ਹੈ, ਤਾਂ ਇਹ ਲੋਕ ਕੀ ਕਰਨਗੇ, ਫਿਰ ਐਗਜ਼ੀਕਿਊਟਿਵ ਵਾਲੇ ਇਸ ਨੂੰ ਲਾਗੂ ਕਰ ਦੇਣਗੇ। ਜਿਵੇਂ ਹੁਣ ਇਹ ਕਹਿ ਦੇਣ ਕਿ ਨਹੀਂ ਜੀ ਗ੍ਰੀਨ ਬੱਤੀ ਦੇ ਉੱਪਰ ਰੁਕਣਾ ਪਏਗਾ, ਤਾਂ ਸਾਨੂੰ ਇਹ ਫਿਰ ਜਿਹੜੇ ਹੈ ਕੱਲ੍ਹ ਤੋਂ ਚਲਾਨ ਕੱਟਣੇ ਸਟਾਰਟ ਕਰ ਦੇਣਗੇ, ਗ੍ਰੀਨ ਬੱਤੀ ਦੇ ਉੱਪਰ ਤੁਹਾਨੂੰ ਰੁਕਣਾ ਪਏਗਾ। ਇਸ ਤਰ੍ਹਾਂ ਦਾ ਸਿਸਟਮ ਜਿਹੜਾ ਹੁੰਦਾ ਹੈ। ਹੁਣ ਜਿਹੜਾ ਰਹਿ ਗਿਆ 4th ਪਿਲਰ, ਵੈਰੀ ਇੰਪੋਰਟੈਂਟ, ਜਿਹੜਾ ਪੇਪਰ ਦੇ ਵਿੱਚ ਪੁੱਛਿਆ ਜਾਂਦਾ 4th ਪਿਲਰ। ਚੌਥਾ ਪਿਲਰ ਜਿਹੜਾ ਪੁੱਛਿਆ ਜਾਂਦਾ, ਚੌਥਾ ਜਿਹੜਾ ਪਿਲਰ ਹੈ, ਉਹਨੂੰ ਆਪਾਂ ਕਹਿੰਦੇ ਹਾਂ ਪ੍ਰੈਸ। ਇਹਨਾਂ ਸਾਰਿਆਂ ਦੇ ਘੁਟਾਲੇ ਸਰਕਾਰ ਕੀ ਕਰਦੀ ਪਈ ਹੈ, ਇਹ ਸਾਰੇ ਇਹਨਾਂ ਦੇ ਘੁਟਾਲੇ ਕੌਣ ਖੋਲ੍ਹਦਾ ਹੈ, ਕਿਹੜਾ ਅਫਸਰ ਕੀ ਕਰਦਾ ਪਿਆ, ਜਾਂ ਮਤਲਬ ਸਰਕਾਰ ਕਿਸ ਤਰ੍ਹਾਂ ਦਾ ਲਾਅ ਲੈ ਕੇ ਆਉਂਦੀ ਪਈ ਹੈ, ਇਹਦਾ ਇੰਪਲੀਮੈਂਟ ਕਿਵੇਂ ਕਰੇਗਾ ਸਰਕਾਰ, ਇਹ ਲੋਕਾਂ ਦੇ ਇਫੈਕਟ ਕਿਵੇਂ ਕਰੇਗਾ, ਇਸ ਤਰ੍ਹਾਂ ਦੀ ਗੱਲਾਂ ਕਿਹਨੇ ਦੱਸਣੀ ਹੁੰਦੀਆਂ ਨੇ, ਪ੍ਰੈਸ ਦੀਆਂ, ਠੀਕ ਹੈ ਜੀ। ਅਤੇ ਪ੍ਰੈਸ ਇਹ ਕੀ ਹੁੰਦਾ, ਇਹ 4th ਪਿਲਰ ਹੈ। ਇਹ ਸਾਰੇ ਇਹਨਾਂ ਦੇ ਚਿੱਠੇ ਜਿਹੜੇ ਹੈ ਖੋਲ੍ਹ ਦਿੰਦੀ ਹੈ। ਤਾਂ ਕਰਕੇ ਜਿਹਦਾ ਪ੍ਰੈਸ ਦੇ ਉੱਪਰ ਸਭ ਤੋਂ ਜ਼ਿਆਦਾ
ਕੰਟਰੋਲ ਹੋਏਗਾ ਗੌਰਮੈਂਟ ਦਾ, ਤਾਂ ਉਸੇ ਗੌਰਮੈਂਟ ਦੀਆਂ ਨਿਊਜ਼ ਤੁਹਾਨੂੰ ਬਾਰ-ਬਾਰ ਸੁਣਨ ਨੂੰ ਵੇਖਣ ਨੂੰ ਮਿਲਣਗੀਆਂ। ਠੀਕ ਹੈ ਜੀ, ਇਹ ਸਾਡੀ ਜਿਹੜੀ ਕੌਂਸਟੀਟਿਊਸ਼ਨ ਦੇ ਵਿੱਚ 4th ਪਿਲਰ ਮੰਨਿਆ ਜਾਂਦਾ ਹੈ। ਇਹ ਪੇਪਰ ਦੇ ਵਿੱਚ ਕੁਐਸਚਨ ਬੜਾ ਆਇਆ, ਇਹ ਧਿਆਨ ਰੱਖਣਾ ਤੁਸੀਂ ਖਾਸ ਕਰਕੇ। ਆਈ ਹੋਪ ਕਿ ਤੁਹਾਨੂੰ ਮੈਂ ਹੁਣ 4 ਪਿਲਰ ਕਰਾਤੇ ਹੈ। ਹੁਣ ਮੈਂ ਤੁਹਾਨੂੰ ਚਾਰੇ ਪਿਲਰ ਦੇ ਇੱਕ ਵਾਰੀ ਦੁਬਾਰਾ ਦੱਸ ਦੇਵਾਂ। ਲੈਜਿਸਲੇਟਿਵ ਦਾ ਕੰਮ ਸੀਗਾ ਕਾਨੂੰਨ ਨੂੰ ਬਣਾਉਣਾ ਸੀਗਾ। ਐਗਜ਼ੀਕਿਊਟਿਵ ਦਾ ਕੰਮ ਸੀਗਾ ਕਾਨੂੰਨ ਨੂੰ ਲਾਗੂ ਕਰਨਾ, ਇਹਨਾਂ ਦਾ ਕੰਮ ਸੀਗਾ ਲਾਗੂ ਕਰਨਾ। ਤੇ ਜੁਡੀਸ਼ਰੀ ਦਾ ਜਿਹੜਾ ਕੰਮ ਸੀਗਾ, ਲੈਜਿਸਲੇਟਿਵ ਨੂੰ ਆਪਾਂ ਹਿੰਦੀ ਦੇ ਵਿੱਚ ਕਹਿੰਦੇ ਆ ਵਿਧਾਨ ਪਾਲਿਕਾ। ਠੀਕ ਹੈ ਜੀ, ਵਿਧਾਨ ਪਾਲਿਕਾ। ਮੈਂ ਇੰਗਲਿਸ਼ ਦੇ ਵਿੱਚ ਪੜ੍ਹਿਆ ਨਾ, ਮੈਂ ਤੁਹਾਨੂੰ ਹਿੰਦੀ ਦੇ ਵਿੱਚ ਤੇ ਮੈਂ ਲਿਖਵਾ ਰਿਹਾ, ਤੁਸੀਂ ਪੰਜਾਬੀ 'ਚ ਵੀ ਲਿਖ ਲਓ ਵਿਧਾਨ ਪਾਲਿਕਾ ਦਾ ਮਤਲਬ ਹੁੰਦਾ ਕਾਨੂੰਨ ਬਣਾਉਣਾ ਕਿਸੇ ਚੀਜ਼ ਨੂੰ। ਠੀਕ ਹੈ, ਤੇ ਜਿਹੜੀ ਐਗਜ਼ੀਕਿਊਟਿਵ ਹੁੰਦੀ ਹੈ, ਐਗਜ਼ੀਕਿਊਟਿਵ ਸੈਕਿੰਡ ਜਿਹੜਾ ਪਿਲਰ ਇਹਨੂੰ ਆਪਾਂ ਕਹਿੰਦੇ ਆ ਕਾਰਿਆਪਾਲਿਕਾ। ਇਹਦਾ ਕੰਮ ਹੁੰਦਾ ਕਾਰਜ ਨੂੰ ਕਰਵਾਉਣਾ। ਠੀਕ ਹੈ ਜੀ, ਕੰਮ ਨੂੰ ਕਰਵਾਉਣਾ ਤਾਂ ਕਾਰਿਆਪਾਲਿਕਾ ਕਹਿੰਦੇ ਇਹਨੂੰ ਆਪਾਂ। ਤੇ ਥਰਡ ਹੁੰਦੀ ਹੈ ਨਿਆਂਪਾਲਿਕਾ। ਫੋਰਥ ਤਾਂ ਮੈਨੂੰ ਦੱਸ ਹੀ ਦਿੱਤੀ ਹੈ, ਪ੍ਰੈਸ ਹੁੰਦੀ ਹੈ। ਆਈ ਹੋਪ ਕਿ ਤੁਹਾਨੂੰ ਇਹਨਾਂ ਤੱਕ ਤਾਂ ਸਮਝ ਆ ਗਿਆ ਹੋਵੇਗਾ। ਹੁਣ ਆਪਾਂ ਨੈਕਸਟ ਵੇਖਦੇ ਹਾਂ ਵੀ ਹੁਣ ਇਹਦੇ ਬਾਅਦ ਕੀ ਕਰਨਾ ਹੈ। ਠੀਕ ਹੈ ਜੀ, ਹਾਂਜੀ ਸਟੂਡੈਂਟ, ਹੁਣ ਇਹਦੇ ਵਿੱਚ ਕੀ ਆਪਾਂ ਨੂੰ ਦੱਸਣਾ ਹੈ। ਇਹਦੇ ਵਿੱਚ ਹੁਣ ਆਪਾਂ ਇਹ ਤਾਂ ਪੜ੍ਹ ਲਿਆ ਕਿ ਕੌਂਸਟੀਟਿਊਸ਼ਨ ਹੁੰਦਾ ਹੈ। ਹੁਣ ਸੋਚ ਕੇ ਦੇਖੋ ਜੀ, ਅਸੀਂ ਆਜ਼ਾਦ ਹੋਏ ਸੀ 15 ਅਗਸਤ 1947 ਨੂੰ। ਠੀਕ ਹੈ ਜੀ, ਤੇ ਉਸ ਦਿਨ ਫਿਰ ਆਪਾਂ ਕੀ ਕੀਤਾ ਸੀਗਾ 1950 ਦੇ ਵਿੱਚ 1951 ਦੇ ਵਿੱਚ ਸਾਡੇ ਹੋਏ ਸੀ ਪਹਿਲੀ ਲੋਕ ਸਭਾ ਦੇ ਇਲੈਕਸ਼ਨ, ਫਸਟ ਲੋਕ ਸਭਾ ਦੇ ਇਲੈਕਸ਼ਨ। ਇਹਨਾਂ 3 ਸਾਲਾਂ ਦੇ ਵਿੱਚ ਅਸੀਂ ਕੀ ਬਣਾਇਆ ਸੀ, ਆਪਣਾ ਕੌਂਸਟੀਟਿਊਸ਼ਨ ਲਿਖਿਆ ਸੀਗਾ, ਸੰਵਿਧਾਨ ਲਿਖਿਆ ਸੀ, ਆਪਣਾ ਸੰਵਿਧਾਨ ਲਿਖਿਆ ਸੀ ਇਹਨਾਂ 3 ਸਾਲਾਂ ਦੇ ਵਿੱਚ। ਠੀਕ ਹੈ ਜੀ, ਉਸ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ 15 ਅਗਸਤ ਤੋਂ ਪਹਿਲਾਂ 1947 ਤੋਂ ਲੈ ਕੇ ਫਿਰ ਕੀ ਹੋਇਆ ਸੀਗਾ, ਤੁਹਾਨੂੰ ਪਤਾ ਹੈ ਜੀ ਬਕਸਰ ਦੀ ਲੜਾਈ ਯਾਦ ਹੋਵੇਗੀ, ਬਕਸਰ ਤੇ ਪਲਾਸੀ ਦੀ ਲੜਾਈ। ਬਕਸਰ ਤੇ ਪਲਾਸੀ ਦੀ ਲੜਾਈਆਂ ਹੋਈਆਂ ਸੀ ਜਦੋਂ ਅੰਗਰੇਜ਼ ਹਿੰਦੁਸਤਾਨ ਦੇ ਵਿੱਚ ਐਂਟਰ ਹੋਏ ਸੀ। ਇਹ ਐਂਟਰ ਹੋਏ ਸੀ 1600 ਦੇ ਵਿੱਚ, 1605 ਕੇ 6 ਨੂੰ ਇਹ ਇੰਡੀਆ ਦੇ ਵਿੱਚ ਆ ਗਏ ਸੀਗੇ। ਉਸ ਤੋਂ ਬਾਅਦ ਆਏ ਸੀ ਟਰੇਡ ਕਰਨ ਵਾਸਤੇ। ਠੀਕ ਹੈ ਜੀ, ਟਰੇਡ ਕਰਨ ਆਏ ਸੀ, ਤੇ 1957 ਤੇ 64 ਦੀ ਦੋਨੇ ਲੜਾਈਆਂ ਦੇ ਵਿੱਚ ਇਹਨਾਂ ਨੂੰ ਕੀ ਮਿਲ ਗਿਆ, ਟਰੇਡ ਕਰਦੇ ਕਰਦੇ ਹਿੰਦੁਸਤਾਨ ਦੇ ਵਿੱਚ ਥੋੜ੍ਹਾ ਜਿਹਾ ਬੰਗਾਲ, ਬਿਹਾਰ, ਉੜੀਸਾ ਵਾਲਾ ਰਾਜ ਖੋਲ੍ਹਿਆ ਨਵਾਬਾਂ ਤੋਂ, ਤੇ ਖੁਦ ਇੱਥੇ ਟੈਕਸ ਇੰਪਲੀਮੈਂਟ ਕਰਨਾ ਸਟਾਰਟ ਕਰਤਾ, ਟੈਕਸ ਲਗਾਉਣਾ ਸਟਾਰਟ ਕਰਤਾ। ਹੌਲੀ ਹੌਲੀ ਦੇਸ਼ ਦੇ ਵਿੱਚ ਸਾਡਾ ਏਰੀਆ ਜਿੱਤਣਾ ਸਟਾਰਟ ਕਰਤਾ। ਤਾਂ ਮਤਲਬ ਜਿਹਨੂੰ ਆਪਾਂ ਕਹਿੰਦੇ ਹਾਂ ਪੋਲੀਟੀਕਲ ਜਿਹੜੀ ਸੱਤਾ ਹੈ ਆਪਣੇ ਹੱਥ ਦੇ ਵਿੱਚ ਲੈ ਲਈ ਸੀ। ਪਹਿਲੀ ਵਾਰੀ ਰਾਈਟ ਜਿਹੜੇ ਸੀ ਟਰੇਡ ਕਰਨ ਦੀ ਬਜਾਏ ਪੋਲੀਟੀਕਲ ਸੱਤਾ ਆਪਣੇ ਹੱਥ ਦੇ ਵਿੱਚ ਲੈ ਲਈ ਸੀ। ਕਦੋਂ 1764 ਤੇ 65 ਦੀ ਲੜਾਈ ਦੇ ਵਿੱਚ। ਫਿਰ ਕੀ ਹੋਇਆ ਜੀ, ਸਾਡੇ ਇੰਡੀਆ ਦੇ ਵਿੱਚ ਸਟਾਰਟ ਹੋਇਆ ਕੰਪਨੀ ਰੂਲ, ਕਿਉਂਕਿ ਈਸਟ ਇੰਡੀਆ ਕੰਪਨੀ ਆਈ ਸੀ ਵਪਾਰ ਕਰਨ ਵਾਸਤੇ। ਫਿਰ ਰਾਜ ਉਹਨਾਂ ਨੇ ਰਾਜ ਖੋਇਆ ਸੀਗਾ ਥੋੜ੍ਹਾ ਜਿਹਾ। ਫਿਰ ਹੌਲੀ ਹੌਲੀ ਕਰਦੇ ਸਾਰਿਆਂ ਨੂੰ ਟੀਪੂ ਸੁਲਤਾਨ ਨੂੰ ਹਰਾਇਆ, ਮਰਾਠਿਆਂ ਨੂੰ ਹਰਾਇਆ, ਅਵਧ ਨੇ ਨਵਾਬ ਨੂੰ ਹਰਾਇਆ, ਹੈਦਰਾਬਾਦ ਦੇ ਨਵਾਬ ਨੂੰ ਹਰਾਇਆ। ਇਸ ਤਰ੍ਹਾਂ ਕਰਕੇ ਰਣਜੀਤ ਸਿੰਘ ਦੇ ਮੁੰਡਿਆਂ ਨੂੰ ਹਰਾਇਆ, ਰਾਜਪੂਤਾਂ ਨੂੰ ਹਰਾਇਆ, ਸਾਰਿਆਂ ਨੂੰ ਹਰਾ ਕੇ ਹਿੰਦੁਸਤਾਨ 'ਤੇ ਕਬਜ਼ਾ ਕਰ ਲਿਆ। ਤਾਂ ਪੂਰੇ ਕਹਿੰਦੇ ਨੇ ਜੀ 1757 ਤੋਂ ਇਹਨਾਂ ਨੇ ਰਾਜ ਖੋਇਆ ਸੀ, ਸਾਡੇ ਆਪਣੀ ਈਸਟ ਇੰਡੀਆ ਕੰਪਨੀ ਦਾ ਰਾਜ ਕਰਨਾ ਸਟਾਰਟ ਕੀਤਾ ਸੀ। ਅਤੇ 1857 ਤੱਕ, ਕਿਉਂਕਿ ਇਹਨਾਂ ਤੋਂ ਤੰਗ ਆ ਕੇ 1857 ਦੀ ਅਸੀਂ ਲੜਾਈ ਲੜੀ। ਅਤੇ ਉਹਦੇ ਵਿੱਚ ਕੀ ਹੋਇਆ ਜੀ, ਇਹਨਾਂ 100 ਸਾਲਾਂ ਦੇ ਵਿੱਚ ਰਾਜ ਕੀਤਾ ਸੀ ਈਸਟ ਇੰਡੀਆ ਕੰਪਨੀ ਨੇ। ਅਤੇ ਈਸਟ ਇੰਡੀਆ ਕੰਪਨੀ ਨੂੰ ਕੰਟਰੋਲ ਕਰਨ ਵਾਸਤੇ ਕਈ ਜਿਹੜੇ ਲਾਅ ਬਣਾਏ ਗਏ ਸੀ ਬ੍ਰਿਟਿਸ਼ ਪਾਰਲੀਮੈਂਟ ਦੇ ਦੁਆਰਾ। ਬ੍ਰਿਟੇਨ ਇੰਗਲੈਂਡ ਦੀ ਪਾਰਲੀਮੈਂਟ ਨੇ, ਉਹ ਪ੍ਰਾਈਵੇਟ ਕੰਪਨੀ ਸੀ ਈਸਟ ਇੰਡੀਆ ਕੰਪਨੀ, ਇਸ ਨੂੰ ਕੰਟਰੋਲ ਕਰਨ ਵਾਸਤੇ ਕਈ ਲਾਅ ਬਣਾਏ ਸੀ। ਇਹ ਜਿਹੜੇ ਲਾਅ ਬਣਾਏ ਸੀ ਇਹੀ ਸਾਡੇ ਦੇਸ਼ ਦੇ ਕੌਂਸਟੀਟਿਊਸ਼ਨ ਦਾ ਆਧਾਰ ਬਣੇ ਸੀਗੇ। ਠੀਕ ਹੈ ਜੀ, ਇਹ ਜਿਹੜੇ ਲਾਅ ਆਪਾਂ ਪੜ੍ਹਦੇ ਹੁੰਦੇ ਹਾਂ, ਜਿਹਨੂੰ ਆਪਾਂ ਹਿਸਟੋਰੀਕਲ ਬੈਕਗਰਾਊਂਡ ਕਹਿ ਦਿੰਦੇ ਹਾਂ, ਉਹ ਮੈਂ ਫਿਰ ਕਦੇ ਕਰਾ ਦੂੰਗਾ ਤੁਹਾਨੂੰ। ਜਸਟ ਮੈਂ ਤੁਹਾਨੂੰ ਸਟੋਰੀ ਦੱਸਦਾ ਪਿਆ। ਉਸ ਤੋਂ ਬਾਅਦ 1857 ਤੋਂ ਬਾਅਦ ਈਸਟ ਇੰਡੀਆ ਕੰਪਨੀ ਨੂੰ ਖਤਮ ਕਰਕੇ ਇਹਨੂੰ ਸਿਰਫ ਸੈਨਿਕ ਟੁਕੜੀ ਬਣਾਤਾ ਸੀਗਾ ਕਿ ਇਹਨਾਂ ਨੇ ਬ੍ਰਿਟਿਸ਼ ਪਾਰਲੀਮੈਂਟ ਨੇ। 1857 ਤੋਂ ਬਾਅਦ ਸਾਡੀ ਸੱਤਾ ਕਿਹਦੇ ਹੱਥ ਚਲੀ ਗਈ, ਬ੍ਰਿਟਿਸ਼ ਦੀ ਪਾਰਲੀਮੈਂਟ ਦੇ ਅੰਡਰ, ਬ੍ਰਿਟਿਸ਼ ਪਾਰਲੀਮੈਂਟ 'ਤੇ। ਮਤਲਬ ਇਹਨੂੰ ਆਪਾਂ ਕਹਿੰਦੇ ਹਾਂ ਕਰਾਊਨ ਰੂਲ, ਰਾਜੇ ਰਾਣੀ ਦੇ ਸੱਤਾ ਦੇ ਅੰਡਰ ਚਲੇ ਗਏ। ਤਾਂ ਇਹਨਾਂ ਨੇ 90 ਸਾਲ ਇਹਨਾਂ ਨੇ ਲਗਭਗ ਰਾਜ ਕੀਤਾ। ਅਤੇ 1947 ਨੂੰ ਸਾਡੇ ਦੇਸ਼ ਨੂੰ ਆਜ਼ਾਦ ਕਰਕੇ ਫਾਈਨਲੀ ਇਹ ਚਲੇ ਗਏ ਸੀ। ਆਜ਼ਾਦ ਕਰਨ ਤੋਂ ਪਹਿਲਾਂ ਸਾਡੇ ਸੰਵਿਧਾਨ ਲਿਖਣ ਵਾਸਤੇ ਇਹਨਾਂ ਨੇ ਸਾਨੂੰ ਕਾਫੀ ਪ੍ਰਪੋਜ਼ਲ ਭੇਜੇ ਸੀ, ਜਿਹਦੇ ਵਿੱਚ ਆਪਾਂ ਹੁਣ ਪੜ੍ਹਾਂਗੇ ਦੀ ਮੇਕਿੰਗ ਆਫ ਕੌਂਸਟੀਟਿਊਸ਼ਨ। ਠੀਕ ਹੈ ਜੀ, ਜਿਹਦੇ ਵਿੱਚ ਮੈਂ ਹੁਣ ਤੁਹਾਨੂੰ ਪੜ੍ਹਾਊਂਗਾ ਮੇਕਿੰਗ ਆਫ ਕੌਂਸਟੀਟਿਊਸ਼ਨ ਨੈਕਸਟ ਲੈਕਚਰ ਦੇ ਵਿੱਚ। ਉਹਦੇ ਵਿੱਚ ਆਪਾਂ ਪੜ੍ਹਾਂਗੇ ਪ੍ਰੋਪਰ ਮੇਕਿੰਗ ਆਫ ਕੌਂਸਟੀਟਿਊਸ਼ਨ ਦੇ ਵਿੱਚ ਕੀ ਸਿਸਟਮ ਹੋਇਆ ਸੀਗਾ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਸਾਰਾ ਸਮਝਾਇਆ ਹੈ, ਇਹ ਕੌਂਸਟੀਟਿਊਸ਼ਨ ਦੱਸਿਆ ਕੀ ਚੀਜ਼ ਹੁੰਦੀ ਹੈ, ਇਹਨੂੰ ਆਪਾਂ ਰੂਲ ਆਫ ਲਾਅ ਕਹਿ ਦਿੰਦੇ ਹਾਂ। ਇਹ ਸਾਰਾ ਮੈਂ ਦੱਸਿਆ। ਸੈਕਿੰਡ ਪਾਰਟ ਦੇ ਵਿੱਚ ਮੈਂ ਮੇਕਿੰਗ ਆਫ ਕੌਂਸਟੀਟਿਊਸ਼ਨ ਤੋਂ ਚੱਲੂੰਗਾ। ਉਹਦੇ ਵਿੱਚ ਤੁਹਾਨੂੰ ਮੈਂ ਦੱਸੂੰਗਾ ਵੀ ਸਭ ਤੋਂ ਪਹਿਲਾਂ ਆਈਡੀਆ ਕਿਹਨੇ ਦਿੱਤਾ ਸੰਵਿਧਾਨ ਬਣਾਉਣ ਦਾ, ਫਿਰ ਕਿੱਥੇ ਕਿੰਨੇ ਪਰਸਨ ਇਹਦੇ ਵਿੱਚ ਹੁੰਦੇ ਸੀਗੇ, ਕਿਹੜੀ ਕਮੇਟੀਆਂ ਬਣੀਆਂ, ਕਿੱਦਾਂ ਆਧਾਰ ਬਣਿਆ। ਇਹ ਸਾਰਾ ਮੈਂ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰੂੰਗਾ। ਤਾਂ ਪਲੀਜ਼ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਆ ਜੇ ਇਹ ਲੈਕਚਰ ਤੁਹਾਨੂੰ ਜੀ ਕਿੱਦਾਂ ਲੱਗਿਆ। ਅਤੇ
ਨੋਟਸ ਜਿਹੜੇ ਨਾਲ ਜ਼ਰੂਰ ਬਣਾ ਲੈਣਾ, ਠੀਕ ਹੈ ਜੀ। ਤੇ ਮਿਲਦੇ ਹਾਂ ਜੀ ਨੈਕਸਟ ਲੈਕਚਰ ਦੇ ਵਿੱਚ। ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਜੀ, ਠੀਕ ਹੈ ਜੀ। ਨੈਕਸਟ ਕੱਲ੍ਹ ਦੇ ਲੈਕਚਰ ਦੇ ਵਿੱਚ ਮਿਲਾਂਗੇ।